लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 395। ਹੁਣ ਤੱਕ 99 ਸ਼ਬਦ ਹੋਏ ਨੇ। ਆਸਾ ਮਹੱਲਾ ਪੰਜਵਾ। ਪ੍ਰਥਮੇ ਮਿਟਿਆ ਤਨ ਕਾ ਦੁਖ, ਮਨ ਸਗਲ ਕਉ ਹੋਆ ਸੁਖ। ਹਾਂਜੀ। आसा महला पंजवा। आसा महला पंजवा। प्रथमे मिटया तन का दुख, प्रथमे मिटया तन का दुख, मन सगल को होआ सुख। मन सगल को होआ सुख। कर कृपा गुर दीनो नाओ, हर कृपा गुर दीनो नाओ। बल बल तिस सत गुर को जाओ, बल बल तिस सत गुर को जाओ। गुर पूरा पायो मेरे भाई, गुर पूरा पायो मेरे भाई। रोग सोग सब दुख विनाशे, रोग सोग सब दुख विनाशे। सतगुर की शरणाई, सतगुर की शरणाई। रहाओ रहाओ। गुर के चरण हृदय वसाए, गुर के चरण हृदय बसाए। मन चिंतत सगले फल पाए, मन चिंतत सगले फल पाए। अगन बुद्धि सब होई शांत, अगन बुद्धि सब होई शांत। कर कृपा गुर कीनी दात, कर कृपा गुर कीनी दात। निथावे को गुर दीनो थान, निथावे को गुर दीनो थान। निमाने को गुर कीनो मान। निमाने को गुर कीनो मान। बंधन काट सेवक कर राखे, बंधन काट सेवक कर राखे। अमृत बानी रसना चाखे, अमृत बानी रसना चाखे। वड्डा भाग पूज गुर चरना, वड्डा भाग पूज गुर चरना। सगल त्याग पाई प्रभ सरना। सगल त्याग पाई प्रभ सरना। गुर नानक जाको पया दयाला, गुरु नानक जाको पया दयाला। सो जन होआ सदा निहाला। भोजन हुआ सदा निहाला। आसा महला पंजवा। प्रथमे मिटया तन का दुख, मन सगल को होआ सुख। क्योंकि ਆਪਾਂ ਉੱਪਰ ਪਹਿਲਾ ਜਿਹੜਾ ਸ਼ਬਦ ਪੜ੍ਹ ਆਏ ਆ, ਮਹਾਰਾਜ ਉੱਥੇ ਅਰਦਾਸ ਦੀ ਗੱਲ ਕਰਦੇ ਨੇ। ਜਦੋਂ ਸਿੱਖ ਅਰਦਾਸ ਕਰਦਾ ਹੈ ਨਾ ਜਨ ਬਣ ਕੇ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜੇ ਜਨ ਬਣ ਕੇ, ਸੇਵਕ ਬਣ ਕੇ, ਨਿਮਰਤਾ ਨਾਲ ਉਸ ਪ੍ਰਭੂ ਦੇ ਸਨਮੁਖੇ ਜੇ ਕੋਈ ਅਰਦਾਸ ਕਰਦਾ ਹੈ ਤਾਂ ਉਹ ਬਿਰਥ ਨਹੀਂ ਜਾਂਦੀ। ਤੇ ਜਦੋਂ ਅਸੀਂ ਇਹ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਕਿਰਪਾ ਕਰ ਸਾਡੇ ਤੇ ਨਾਮ ਦੀ ਦਾਤ ਸਾਡੀ ਝੋਲੀ ਪਾ, ਤਾਂ ਐਸੀ ਕੋਈ ਗੱਲ ਨਹੀਂ, ਉਹ ਪਾਏਗਾ। ਤੇ ਫਿਰ ਜਿਨ੍ਹਾਂ ਨੂੰ ਇਹ ਬਖਸ਼ਿਸ਼ ਹੋਈ, ਹੁਣ ਮਹਾਰਾਜ ਉਹਨਾਂ ਦੀ ਗੱਲ ਕਰਦੇ ਨੇ, ਧੰਨਵਾਦ ਕਰਦੇ ਨੇ ਕਿ ਜਦੋਂ ਇਹ ਨਾਮ ਦੀ ਦਾਤ ਗੁਰੂ ਵੱਲੋਂ ਬਖਸ਼ਿਸ਼ ਹੋਈ ਤੇ ਕੀ ਵਾਪਰਿਆ। ਪ੍ਰਥਮੇ ਮਿਟਿਆ ਤਨ ਕਾ ਦੁਖ, ਕਹਿੰਦੇ ਸਭ ਤੋਂ ਪਹਿਲਾਂ ਤਨ ਦਾ ਦੁੱਖ ਮਿਟਿਆ। ਤਨ ਜਿਹੜਾ ਦੁਖੀ ਸੀ ਨਾ ਸਾਡਾ, ਜਦੋਂ ਨਾਮ ਨਾਲ ਜੁੜੇ, ਸਭ ਤੋਂ ਪਹਿਲਾਂ ਤਨ ਦਾ ਦੁੱਖ। ਕਿਉਂਕਿ ਪਰਮਾਤਮਾ ਦਾ ਨਾਮ ਤਿੰਨੇ ਦੁੱਖ ਮਿਟਾਉਣ ਵਾਲਾ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ
ਤਾਂ ਕੋ ਬਿਗਨ ਨਾ ਕੋ ਲਾਗੈ ਜਾਂ ਕੀ ਪ੍ਰਭ ਆਗੇ ਅਰਦਾਸ। ਸਿੱਖ ਕੋਲ ਸਭ ਤੋਂ ਵੱਡਾ ਹਥਿਆਰ ਅਰਦਾਸ। ਜਦੋਂ ਅਰਦਾਸ ਕੀਤੀ ਕਹਿੰਦੇ ਸਭ ਤੋਂ ਪਹਿਲਾਂ ਤੇ ਤਨ ਦਾ ਦੁੱਖ ਗਿਆ, ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕੋ ਹੋਆ ਸੁਖ। ਮਨ ਅੰਦਰ ਸਾਰੇ ਸ਼ਾਂਤੀ ਵਰਤ ਗਈ, ਮਨ ਹੁਣ ਸੁਖੀ ਹੈ। ਜਿਹੜਾ ਪਹਿਲਾਂ ਮਨ ਦੁਖੀ ਸੀ ਨਾ, ਆਪਾਂ ਕਹਿੰਦੇ ਜੀ ਮਨ ਕਰਕੇ ਮੈਂ ਬੜਾ ਦੁਖੀ ਹਾਂ। ਕਿਉਂ ਦੁਖੀ ਹਾਂ? ਗੁਆਂਢੀਆਂ ਨੇ ਮਕਾਨ ਨਵਾਂ ਬਣਾ ਲਿਆ, ਇਸ ਕਰਕੇ ਦੁਖੀ। ਗੁਆਂਢੀ ਆਹ ਚੀਜ਼ ਲੈ ਆਇਆ ਜੀ, ਦੁਖੀ ਹਾਂ ਅਸੀਂ। ਇਹ ਤਾਤ ਭਰਾਈ ਹੈ, ਮਨ ਦੇ ਬਖੇੜੇ ਨੇ ਸਾਰੇ। ਹੁਣ ਮਨ ਨੂੰ ਸ਼ਾਂਤੀ, ਕਿਉਂਕਿ ਮਨ ਆਪਣੇ ਅੰਦਰ ਚਲਾ ਗਿਆ, ਮਨ ਆਪਣੇ ਅੰਦਰ ਘਰ। ਸਾਰੀ ਉਮਰ ਮਨ ਨੇ ਦੂਜਿਆਂ ਦੇ ਘਰਾਂ 'ਚ ਝਾਕਣ ਦੀ ਬਿਰਤੀ ਰੱਖੀ ਤੇ ਆਪਣੇ ਅੰਦਰ ਹਨੇਰਾ ਰੱਖਿਆ, ਇਸੇ ਕਰਕੇ ਅੰਦਰੋਂ ਦੁਖੀ ਸੀ। ਨਾਮ ਨਾਲ ਜੁੜਿਆ, ਕਹਿੰਦੇ ਤਨ ਤੇ ਮਨ ਦੋਵੇਂ ਸੁਖੀ ਹੋ ਗਏ। ਮਨ ਸਗਲ ਕੋ ਹੋਆ ਸੁਖ, ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕੋ ਜਾਓ। ਕਿਰਪਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ, ਇਹ ਨਾਮ ਦੀ ਦਾਤ ਦਿੱਤੀ। ਤੇ ਮੈਂ ਕਹਿੰਦਾ ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਨਾ, ਸਦਕੇ ਜਾਨਾ, ਕੁਰਬਾਨ ਜਾਨਾ ਮੈਂ ਉਸ ਤੋਂ, ਜਿਨ੍ਹਾਂ ਨੇ ਸਾਨੂੰ ਇਹ ਵਡਮੁੱਲੀ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਗੁਣ ਨੇ ਪ੍ਰਮਾਤਮਾ ਦੇ ਗੁਣ ਨੇ, ਉਹਨਾਂ ਦਾ ਮੁੱਲ ਕੋਈ ਨਹੀਂ, ਕਿਸੇ ਵੀ ਮੁੱਲ ਤੇ ਖਰੀਦੇ ਨਹੀਂ ਜਾ ਸਕਦਾ ਨਾਮ ਨੂੰ। ਨਾਮ ਜਿਹੜਾ ਅਮੁੱਲਕ ਹੈ, ਕਹਿੰਦੇ ਆਪਣੇ ਸਤਿਗੁਰੂ ਤੋਂ ਮੈਂ ਕੁਰਬਾਨ ਜਾਨਾ, ਬਲਿਹਾਰ ਜਾਨਾ, ਜਿਨ੍ਹਾਂ ਨੇ ਸਾਨੂੰ ਇੰਨੀ ਮਹਿੰਗੀ ਚੀਜ਼ ਇਹ ਦੇ ਦਿੱਤੀ, ਬਖਸ਼ਿਸ਼ ਕਰ ਦਿੱਤੀ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ, ਸਤਿਗੁਰ ਕੀ ਸ਼ਰਨਾਈ। ਗੁਰ ਪੂਰਾ ਪਾਇਓ ਮੇਰੇ ਭਾਈ, ਐ ਮੇਰੇ ਭਰਾ ਮੈਂ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ ਹੈ। ਨਾਲ ਦੱਸਿਆ ਕਿ ਕਿਵੇਂ, ਰੋਗ ਸੋਗ ਸਭ ਦੁਖ ਬਿਨਾਸੇ, ਸਤਿਗੁਰ ਕੀ ਸ਼ਰਨਾਈ। ਕਿਉਂਕਿ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਚਲਾ ਗਿਆ। ਜਦੋਂ ਮੈਂ ਸ਼ਰਨ ਵਿੱਚ ਚਲਾ ਗਿਆ, ਮੇਰੇ ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ ਇਹ ਹੋ ਗਿਆ। ਕਿਉਂਕਿ ਪ੍ਰਮਾਤਮਾ ਦਾ ਨਾਮ ਜਿਹੜਾ ਹੈ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ। ਉੱਥੇ ਕਹਿੰਦੇ ਬਚਾਉਂਦਾ ਹੈ, ਰੋਗਾਂ ਤੋਂ, ਸੋਗਾਂ ਤੋਂ, ਦੁੱਖਾਂ ਤੋਂ, ਸਭ ਤੋਂ ਬਚਾ ਕੇ ਰੱਖਦਾ ਹੈ। ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੇ ਨੇ, ਉਹ ਪ੍ਰਭੂ ਵੀ ਆਪਣੇ ਭਗਤ ਦੀ ਸੰਭਾਲ ਫਿਰ ਇਸ ਤਰ੍ਹਾਂ ਹੀ ਕਰਦਾ ਹੈ, ਜਦੋਂ ਉਹ ਸ਼ਰਨ ਵਿੱਚ ਚਲਾ ਜਾਏ। ਕਿਉਂਕਿ ਗੱਲ ਤੇ ਸ਼ਰਨ ਵਿੱਚ ਜਾਣ ਦੀ ਹੈ, ਤੇ ਜਦੋਂ ਸ਼ਰਨ ਵਿੱਚ ਜਾਈਏ ਫਿਰ ਸਾਡੀਆਂ ਸਿਆਣਪਾਂ ਨਹੀਂ ਕੰਮ ਕਰਦੀਆਂ ਉੱਥੇ, ਫਿਰ ਸਾਡਾ ਕੁਝ ਨਹੀਂ। ਅਸੀਂ ਸਭ ਕੁਝ ਛੱਡ ਕੇ ਹੱਥ ਖੜੇ ਕਰਕੇ, ਪ੍ਰਭੂ ਹੁਣ ਤੇਰੀ ਸ਼ਰਨ ਵਿੱਚ ਜਦੋਂ ਆਏ ਤੇ ਅੰਦਰਲੇ ਰੋਗ ਸੋਗ ਸਭ ਮਿਟ ਗਏ। ਰਹਾਓ ਗੁਰ ਕੇ ਚਰਨ ਹਿਰਦੈ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਜਦੋਂ ਗੁਰੂ ਦਾ ਮਾਰਗ, ਗੁਰੂ ਕੇ ਚਰਨ ਹਿਰਦੇ 'ਚ ਵਸਾ ਲਏ ਕਿ ਆਹ ਮਾਰਗ ਹੈ, ਮੇਰੇ ਗੁਰੂ ਦਾ ਰਸਤਾ ਇਹ ਹੈ। ਕਹਿੰਦੇ ਮਨ ਜੋ ਚਿੰਤਤ ਕਰਦਾ ਸੀ ਨਾ, ਜੋ ਚਿਤਵਦਾ ਰਹਿੰਦਾ ਸੀ ਮਨ, ਜੋ ਚੇਤੇ ਕਰਦਾ ਰਹਿੰਦਾ ਸੀ, ਜੋ ਫੁਰਨੇ ਫੁਰਦੇ ਸਨ ਮਨ ਦੇ, ਕਹਿੰਦੇ ਸਾਰੇ ਪੂਰੇ ਹੋ ਗਏ। ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ ਜਦੋਂ ਗੁਰੂ ਦੇ ਮਾਰਗ ਤੇ ਚੱਲ ਪਿਆ ਇਹ ਮਨ। ਅਗਨ ਬੁਝੀ ਸਭ ਹੋਈ ਸ਼ਾਂਤ, ਕਰ ਕਿਰਪਾ ਗੁਰ ਕੀਨੀ ਦਾਤ। ਜਿਹੜੀ ਅੰਦਰ ਤ੍ਰਿਸ਼ਨਾਵਾਂ ਦੀ ਅੱਗ ਲੱਗੀ ਹੋਈ ਸੀ, ਹਉਮੈ ਦੀ, ਕਾਮ ਦੀ, ਕ੍ਰੋਧ ਦੀ, ਈਰਖਾ ਦੀ, ਇਹ ਬੁਝ ਗਈ ਜਦੋਂ ਪ੍ਰਮਾਤਮਾ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਕਰ ਕਿਰਪਾ ਗੁਰ ਕੀਨੀ ਦਾਤ। ਗੁਰੂ ਨੇ ਜਦੋਂ ਨਾਮ ਦੀ ਦਾਤ ਦਿੱਤੀ ਤਾਂ ਅੰਦਰਲੀ ਅੱਗ ਜਿਹੜੀ ਸੀ ਉਹ ਬੁਝ ਗਈ। ਮਨ ਜਿਹੜਾ ਪਹਿਲਾਂ ਤੜਪਿਆ ਪਿਆ ਸੀ, ਮਨ ਜਿਹੜਾ ਪਹਿਲਾਂ ਈਗੋ ਵਿੱਚ, ਹਉਮੈ ਵਿੱਚ, ਹੰਕਾਰ ਵਿੱਚ ਸੜਦਾ ਪਿਆ ਸੀ, ਕਹਿੰਦੇ ਹੁਣ ਉਹ ਅੱਗ ਬੁਝ ਗਈ। ਨਿਥਾਵੇਂ ਕੋ ਗੁਰ ਦੀਨੋ ਥਾਨ, ਨਿਮਾਣੇ ਕੋ ਗੁਰ ਕੀਨੋ ਮਾਨ। ਗੁਰੂ ਨੇ ਬਖਸ਼ਿਸ਼ ਕੀਤੀ, ਨਿਥਾਵੇਂ ਕੋ, ਜਿਹਦਾ ਕੋਈ ਥਾਂ ਨਹੀਂ ਸੀ, ਕੋਈ ਟਿਕਾਣਾ ਹੀ ਨਹੀਂ ਸੀ, ਕੋਈ ਨਹੀਂ ਸੀ ਰੱਖਦਾ ਜਿਹਨੂੰ, ਕਹਿੰਦੇ ਉਹਨੂੰ ਥਾਂ ਵਾਲਾ ਬਣਾ ਦਿੱਤਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਸੇਵਾ ਕਰਦੇ ਨੇ ਗਾਗਰ ਦੀ। ਸਵੇਰੇ ਅੰਮ੍ਰਿਤ ਵੇਲੇ ਆ ਰਹੇ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਉਹ ਖੱਡੀ ਵਿੱਚ ਡਿੱਗੇ ਤਾਂ ਖੜਕਾ ਹੋਇਆ, ਕਿਉਂਕਿ ਬਾਰਿਸ਼ ਬਹੁਤ ਪਈ ਹੋਈ ਸੀ, ਪਾਣੀ ਜਲ ਥਲ ਇੱਕੋ ਜਿਹਾ ਹੋਇਆ ਪਿਆ ਸੀ। ਤਾਂ ਜਲਾਹਿਆਂ ਦੇ ਘਰੋਂ ਆਵਾਜ਼ ਆਈ ਕਿ ਕੌਣ। ਆਪਾਂ ਜਦੋਂ ਕਹਿੰਦੇ ਆ ਨਾ ਕੋਈ ਖੜਕਾ ਵੀ ਕੌਣ ਹੈ ਜੀ, ਕਹਿੰਦੇ ਆਪਾਂ, ਜਲਾਹੇ ਨੇ ਆਵਾਜ਼ ਦਿੱਤੀ ਕੌਣ ਹੈ, ਤੇ ਵੇਖੋ ਉਹਦੀ ਘਰ ਵਾਲੀ ਨੇ ਕਿਹਾ ਕਿ ਹੋਏਗਾ ਅਮਰੂ ਨਿਥਾਵਾਂ,
ਕਿ ਜਿਹੜੀ ਦੁਨੀਆ ਹੈ ਨਾ, ਇਹ ਬਖਸ਼ਦੀ ਕਿਸੇ ਨੂੰ ਨਹੀਂ, ਕਿਉਂਕਿ ਉਹ ਤੇ ਉਸ ਨਜ਼ਰ ਨਾਲ, ਦੁਨੀਆ ਦੀ ਨਜ਼ਰ ਨਾਲ ਦੇਖਦੇ ਪਏ ਸਨ ਵੀ ਇਹ ਆਪਣੇ ਕੁੜਮਾਂ ਦੇ ਘਰੇ ਸੇਵਾ 'ਚ ਲੱਗਾ ਹੋਇਆ, ਬਜ਼ੁਰਗ ਬੰਦਾ ਹੈ, 60-65 ਸਾਲ ਦੀ ਉਮਰ ਹੈ, 70 ਦੇ ਪਹੁੰਚ ਗਏ ਨੇ, ਤੇ ਜੇ ਅਜੇ ਵੀ ਵੇਖੋ ਜੀ ਇਹਨੂੰ ਟੇਕ ਨਹੀਂ ਹੈਗੀ, ਅਜੇ ਵੀ ਇਹ ਗੁਰੂ ਲੱਭਦਾ ਫਿਰਦਾ ਹੈ। ਇਹ ਨਥਾਵਾਂ ਹੈ ਤੇ ਸਹਿਜੇ ਬੋਲ ਨਿਕਲੇ ਤੀਜੇ ਪਾਤਸ਼ਾਹ ਦੀ ਜ਼ਬਾਨ ਚੋਂ, ਸਹਿਜੇ ਸੁਭਾਵਿਕ ਹੀ ਕਮਲੀਏ, ਮੈਂ ਤੇ ਹੁਣ ਥਾਂ ਵਾਲਾ ਬਣਿਆ, ਹੁਣ ਤੱਕ ਤੇ ਨਥਾਵਾਂ ਹੀ ਰਿਹਾ, ਮੈਨੂੰ ਥਾਂ ਹੀ ਹੁਣ ਮਿਲਿਆ। ਉਦੋਂ ਹੀ ਜਦੋਂ ਇਹ ਗੱਲ ਵਾਪਰੀ ਹੈ ਤੇ ਉਦੋਂ ਗੁਰਿਆਈ ਮਿਲੀ ਜਦੋਂ, ਤਾਂ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹਨਾਂ ਬੋਲਾਂ ਨਾਲ ਨਵਾਜਿਆ ਸੀ ਕਿ ਸਤਿਗੁਰੂ ਅਮਰਦਾਸ ਜੀ ਨਥਾਵਿਆਂ ਦੇ ਥਾਮ, ਨਪੱਤਿਆਂ ਦੀ ਪੱਤ, ਨਗੱਤਿਆਂ ਦੀ ਗੱਤ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਕਿਉਂਕਿ ਗੁਰੂ ਦੀ ਸ਼ਰਨ ਵਿੱਚ ਆਉਣ ਵਾਲਾ ਕਹਿੰਦੇ ਨਥਾਵੇਂ ਤੋਂ ਥਾਂ ਵਾਲਾ ਹੋ ਗਿਆ, ਹੁਣ ਉਹਨੂੰ ਥਾਂ ਮਿਲ ਗਈ ਗੁਰੂ ਘਰ ਵਿੱਚ, ਉਸ ਮਾਲਕ ਦੇ ਦਰ ਤੇ ਥਾਂ ਮਿਲ ਗਈ। ਇਸ ਕਰਕੇ ਗੁਰੂ ਨੇ ਕਿਰਪਾ ਕੀਤੀ, ਨਿਥਾਵੇਂ ਕੋ ਗੁਰ ਦੀਨੋ ਥਾਨ, ਨਿਮਾਣੇ ਕੋ ਗੁਰ ਕੀਨੋ ਮਾਨ। ਜਿਹਨੂੰ ਕੋਈ ਮਾਨ ਨਹੀਂ ਬਖਸ਼ਦਾ ਸੀ, ਕਹਿੰਦੇ ਮਾਨ ਵਾਲਾ ਹੋ ਗਿਆ। ਬੰਧਨ ਕਾਟ ਸੇਵਕ ਕਰ ਰਾਖੇ, ਮੋਹ ਤੇ ਮਾਇਆ ਦੇ ਬੰਧਨ ਕੱਟ ਕੇ ਆਪਣਾ ਸੇਵਕ ਬਣਾ ਕੇ ਰੱਖ ਲਿਆ। ਅੰਮ੍ਰਿਤ ਬਾਣੀ ਰਸਨਾ ਚਾਖੇ, ਹੁਣ ਬਾਣੀ, ਅੰਮ੍ਰਿਤਮਈ ਬਾਣੀ ਨੂੰ ਇਸ ਰਸਨਾ ਨਾਲ ਚੱਖਦਾ ਹੈ, ਬੋਲਦਾ ਨੇ, ਚੱਖਦਾ ਹੈ। ਚੱਖਣਾ ਤੇ ਬੋਲਣਾ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ, ਬੜੇ ਮਹਿੰਗੇ ਬੋਲ ਨੇ। ਪੰਚਮ ਪਾਤਸ਼ਾਹ ਮਗਰੇ ਉਦੋਂ ਇਸ ਬਾਣੀ ਨੂੰ ਚੱਖਦਾ ਹੈ, ਇਹਦਾ ਸਵਾਦ ਵੇਖਦਾ ਹੈ, ਆਨੰਦ ਲੈਂਦਾ ਹੈ, ਸਿਮਰਦਾ ਹੈ ਨਾ। ਜਦੋਂ ਬਾਣੀ ਨੂੰ ਬੋਲਦਾ ਹੈ ਉਦੋਂ ਐਵੇਂ ਉਹ ਝਰਨੇ ਵਲਦੇ ਨੇ, ਝਰਨੇ ਚੱਲ ਪਏ ਅੰਦਰ। ਜਦੋਂ ਬਾਣੀ ਨਾਲ ਜੁੜਿਆ ਉਹਦਾ ਰਸ, ਉਹਦਾ ਆਨੰਦ ਆਉਣਾ ਸ਼ੁਰੂ ਹੋ ਗਿਆ। ਵੱਡਾ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸਰਨਾ। ਇਸ ਕਰਕੇ ਵੱਡੇ ਭਾਗ ਨੇ, ਵੱਡਾ ਉਦਮ ਕੀਤਾ ਕਿ ਗੁਰੂ ਦੇ ਚਰਨ ਪੂਜੇ, ਭਾਵ ਗੁਰੂ ਦੇ ਦੱਸੇ ਮਾਰਗ ਤੇ ਹੁਣ ਚੱਲ ਪਿਆ। ਸਗਲ ਤਿਆਗ ਪਾਈ ਪ੍ਰਭ ਸਰਨਾ, ਸਭ ਕੁਝ ਛੱਡ ਕੇ ਹੁਣ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ। ਗੁਰੂ ਨਾਨਕ ਕਉ ਭਇਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ। ਗੁਰੂ ਨਾਨਕ ਕਉ, ਗੁਰੂ ਨਾਨਕ ਜਾਂ ਕਉ ਭਇਆ ਦਿਆਲਾ। ਇੱਥੇ ਪੰਚਮ ਪਾਤਸ਼ਾਹ ਮਾਗੇ ਨੇ ਗੁਰੂ ਨਾਨਕ ਜਾਂ ਕੋ ਭਇਆ। ਪੰਚਮ ਪਾਤਸ਼ਾਹ ਮਾਗੇ ਨੇ ਗੁਰੂ ਨਾਨਕ ਜਿਨ੍ਹਾਂ ਉੱਤੇ ਦਇਆ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਸੋ ਜਨ ਹੋਆ ਨਿਹਾਲਾ, ਉਹ ਤੇ ਸਦਾ ਹੀ ਨਿਹਾਲ ਹੋ ਗਿਆ, ਭਾਵ ਹਮੇਸ਼ਾ ਲਈ ਖੁਸ਼ੀਆਂ ਪ੍ਰਾਪਤ ਹੋ ਗਈਆਂ ਜਿਨ੍ਹਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੋ ਗਈ, ਕਿਰਪਾ ਹੋ ਗਈ। ਹਾਂਜੀ। ਆਸਾ ਮਹੱਲਾ ਪੰਜਵਾਂ। ਆਸਾ ਮਹੱਲਾ ਪੰਜਵਾਂ। ਸਤਿਗੁਰ ਸਾਚੈ ਦੀਆ ਭੇਜ, ਸਤਿਗੁਰ ਸਾਚੈ ਦੀਆ ਭੇਜ। ਚਿਰ ਜੀਵਨ ਉਪਜਿਆ ਸੰਜੋਗ, ਜੀਵਨ ਉਪਜਿਆ ਸੰਜੋਗ। ਉਦਰ ਮਾਹੇ ਆਏ ਕਿਆ ਨਿਵਾਸ, ਮੈਂ ਆਏ ਕੀਆ ਨਿਵਾਸ। ਮਾਤਾ ਕੈ ਮਨ ਬਹੁਤ ਵਿਗਾਸ, ਮਾਤਾ ਕੈ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਵਿੰਦ ਕਾ, ਜੰਮਿਆ ਪੂਤ ਭਗਤ ਗੋਬਿੰਦ ਕਾ। ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ। ਮਿਟਿਆ ਸੋਗ ਮਹਾ ਆਨੰਦ ਥਿਆ, ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੈ, ਗੁਰਬਾਣੀ ਸਖੀ ਆਨੰਦ ਗਾਵੈ। ਸਾਚੇ ਸਾਹਿਬ ਕੈ ਮਨ ਭਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਵਦੀ ਵੇਲ ਬਹੁ ਪੀੜੀ ਚਾਲੀ, ਵਦੀ ਵੇਲ ਬਹੁ ਪੀੜੀ ਚਾਲੀ। ਧਰਮ ਕਲਾ ਹਰ ਬੰਦ ਬਹਾਲੀ, ਧਰਮ ਕਲਾ ਹਰ ਬੰਦ ਬਹਾਲੀ। ਮਨ ਚਿੰਦਿਆ ਸਤ ਗੁਰੂ ਦਿਵਾਇਆ, ਮਨ ਚਿਰਿਆ ਸਤਿਗੁਰੂ ਦਿਵਾਇਆ। ਭਏ ਅਚਿੰਤ ਏਕ ਲਿਵ ਲਾਇਆ, ਹੇ ਅਚਿੰਤ ਏਕ ਲਿਵ ਲਾਇਆ।
ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਜੋ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਭਾਣ ਬੁਲਾਇਆ ਬੋਲੇ ਗੁਰ ਕੈ ਭਾਣ ਗੂਜੀ ਛੰਨੀ ਨਾਹੀ ਬਾਤ ਉੱਚੀ ਛੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਗੁਰ ਨਾਨਕ ਤੁਠਾ ਕੀਨੀ ਦਾਤ। ਆਸਾ ਮਹੱਲਾ ਪੰਜਵਾ। ਇਹ ਸ਼ਬਦ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਗੁਰੂ ਛੇਵੇਂ ਪਾਤਸ਼ਾਹ ਦਾ ਜਿਹੜਾ ਜਨਮ ਹੈ ਉਹ ਵਡਾਲੀ ਹੋਇਆ 1652 ਚ, ਤੇ ਮਹਾਰਾਜ ਉਹਨਾਂ ਦੇ ਜਨਮ ਕਿਉਂਕਿ ਬੜੇ ਸਮੇਂ ਬਾਅਦ ਹੋਇਆ ਸੀ, ਇਸ ਕਰਕੇ ਮਹਾਰਾਜ ਧੰਨਵਾਦ ਕਰਦੇ ਨੇ। ਪੰਚਮ ਪਾਤਸ਼ਾਹ ਨੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੈ, ਕਿਉਂਕਿ ਇਹ ਜਿਹੜੀਆਂ ਦਾਤਾਂ ਨੇ ਧੀਆਂ ਦੀਆਂ ਪੁੱਤਰਾਂ ਦੀਆਂ, ਇਹ ਉਸ ਮਾਲਕ ਵੱਲੋਂ ਬਖਸ਼ਿਸ਼ ਹੈ। ਇਹ ਆਪਾਂ ਸਾਰੇ ਇਤਿਹਾਸ ਨੂੰ ਪੜ੍ਹਦੇ ਹਾਂ, ਵੇਖਦੇ ਹਾਂ ਕਿ ਇਹਨਾਂ ਦੇ ਵੱਡੇ ਭਰਾ ਬਾਬਾ ਪਿਰਥੀ ਚੰਦ ਜਿਹੜੇ ਕਿ ਹਮੇਸ਼ਾ ਹੀ ਗੱਲ ਕਹਿੰਦੇ ਰਹੇ ਸਨ ਕਿ ਇਹਨਾਂ ਦੇ ਕਿਹੜਾ ਕੋਈ ਔਲਾਦ ਹੈ, ਇਹ ਜਿਹੜਾ ਸਾਰਾ ਕੁਝ ਹੈ ਹੁਣ ਸਾਡਾ ਹੀ ਹੈ, ਕਿਉਂਕਿ ਉਹਨਾਂ ਦਾ ਧਿਆਨ ਜਿਹੜਾ ਉਹ ਮਾਇਆ ਤੇ ਸੀ, ਇਹ ਬਾਣੀ ਨਾਲ ਜੁੜੇ ਹੋਏ ਸਨ। ਸੋ ਇਸ ਇਤਿਹਾਸਕ ਸ਼ਬਦ ਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਇਸ ਕਰਕੇ ਕੀਤਾ ਤਾਂ ਕਿ ਸਾਨੂੰ ਥਾਂ ਥਾਂ ਤੇ ਨਾ ਜਾਣਾ ਪਵੇ। ਉਹ ਕਹਿੰਦੇ ਜੋ ਮੈਨੂੰ ਪ੍ਰਾਪਤੀ ਹੋਈ ਹੈ ਉਸ ਮਾਲਕ ਵੱਲੋਂ ਹੋਈ ਹੈ, ਇਸ ਕਰਕੇ ਇਹ ਦਾਤਾਂ ਉਸ ਮਾਲਕ ਦੀਆਂ ਨੇ। ਕੋਈ ਗੁੱਝੀ ਛੰਨੀ ਨਾਹੀ ਬਾਤ, ਕੋਈ ਲੁਕੋ ਵਾਲੀ ਗੱਲ ਨਹੀਂ ਰੱਖੀ ਮਹਾਰਾਜ ਨੇ ਕਿਤੇ ਵੀ। ਇੱਥੇ ਹੁਣ ਆਪਾਂ ਬਾਣੀ ਨੂੰ ਵੇਖੋ, ਧਿਆਨ ਨਾਲ ਜਦੋਂ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਕਿ ਮਹਾਰਾਜ ਉਸ ਵਾਹਿਗੁਰੂ ਅਕਾਲ ਪੁਰਖ ਦਾ ਧੰਨਵਾਦ ਪਏ ਕਰਦੇ ਨੇ। ਆਸਾ ਮਹੱਲਾ ਪੰਜਵਾ। ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੈ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਸਤਿਗੁਰ ਸਾਚੈ ਦੀਆ ਭੇਜ, ਉਸ ਵਾਹਿਗੁਰੂ ਅਕਾਲ ਪੁਰਖ ਨੇ, ਸਤਿਗੁਰ ਨੇ, ਉਹ ਸੱਚੇ ਨੇ ਭੇਜਿਆ, ਕਹਿੰਦੇ ਉਸ ਨੇ ਦਿੱਤਾ ਜੀ, ਉਸ ਵਾਹਿਗੁਰੂ ਅਕਾਲ ਪੁਰਖ ਨੇ। ਚਿਰ ਜੀਵਨ ਉਪਜਿਆ ਸੰਜੋਗ, ਕਿਉਂਕਿ ਸੰਜੋਗ ਪੈਦਾ ਹੋਇਆ, ਇਹ ਬੱਚਾ ਚਿਰ ਜੀਵਨ ਹੈ, ਲੰਬੀ ਉਮਰ ਵਾਲਾ। ਉਦਰੈ ਮਾਏ ਆਏ ਕੀਆ ਨਿਵਾਸ, ਮਾਤਾ ਦੇ ਉਦਰ ਵਿੱਚ, ਮਾਤਾ ਦੇ ਪੇਟ ਵਿੱਚ ਆਣ ਨਿਵਾਸ ਕੀਤਾ ਉਸ ਬੱਚੇ ਨੇ। ਮਾਤਾ ਕੈ ਮਨ ਬਹੁਤ ਵਿਗਾਸ, ਕਿਉਂਕਿ ਮਾਤਾ ਦੇ ਮਨ ਅੰਦਰ ਹੁਣ ਬੜੀ ਖੁਸ਼ੀ, ਇਸ ਖੁਸ਼ੀ ਨੂੰ ਉਹ ਮਾਂ ਜਾਣਦੀ ਹੈ ਜਿਹੜੀ ਬੱਚੇ ਨੂੰ ਜਨਮ ਦਿੰਦੀ। ਜਦੋਂ ਮਾਤਾ ਦੇ ਪੇਟ ਵਿੱਚ ਬੱਚਾ ਹੁੰਦਾ ਤਾਂ ਮਾਤਾ ਦੀ ਇੱਕ ਖੁਸ਼ੀ ਹੈ ਜਿਹੜੀ ਅੰਦਰਲੀ, ਉਹਨੂੰ ਮਾਤਾ ਹੀ ਜਾਣਦੀ। ਇਸੇ ਤਰ੍ਹਾਂ ਹੀ ਜਿਨ੍ਹਾਂ ਭਗਤਾਂ ਦੇ ਅੰਦਰ ਉਸ ਮਾਲਕ ਦਾ ਨਾਮ ਵਸਦਾ ਹੈ, ਉਹ ਵੀ ਇਸ ਖੁਸ਼ੀ ਨੂੰ ਇਸ ਤਰ੍ਹਾਂ ਹੀ ਜਾਣਦੇ ਨੇ। ਜੰਮਿਆ ਪੂਤ ਭਗਤ ਗੋਬਿੰਦ ਕਾ, ਸਭ ਮੈਂ ਲਿਖਿਆ ਧੁਰ ਕਾ। ਰਹਾਉ, ਇੱਕ ਰਹਾਉ ਦੀ ਪੰਕਤੀ ਚ ਮਾਰਨੇ ਕਲੀਅਰ ਕੀਤੀ ਗੱਲ ਕਿ ਜੰਮਿਆ ਪੂਤ ਭਗਤ ਗੋਬਿੰਦ ਕਾ, ਇਹ ਪੁੱਤਰ ਜੰਮਿਆ, ਇਹ ਭਗਤ ਹੈ ਉਸ ਗੋਬਿੰਦ ਦਾ, ਉਸ ਵਾਹਿਗੁਰੂ ਅਕਾਲ ਪੁਰਖ ਦਾ। ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ, ਕਿਉਂਕਿ ਧੁਰੋਂ ਲਿਖਿਆ ਹੋਇਆ ਸੀ, ਉਸ ਬਖਸ਼ਿਸ਼ ਸੀ, ਕਹਿੰਦੇ ਹੁਣ ਪ੍ਰਗਟ ਹੋ ਗਿਆ, ਸੰਸਾਰ ਵਿੱਚ ਸਾਹਮਣੇ ਆ ਗਿਆ ਸਭ ਦੇ। ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਕਿਉਂਕਿ 9-10 ਮਹੀਨੇ ਲੱਗਦੇ ਨੇ, ਕਹਿੰਦੇ ਉਸਨੇ ਹੁਕਮ ਦੇ ਅਨੁਸਾਰ ਜਨਮ ਲਿਆ। ਮਿਟਿਆ ਸੋਗ ਮਹਾ ਆਨੰਦ ਥੀਆ, ਜਿਹੜਾ ਪਹਿਲਾਂ ਮਨ ਅੰਦਰ ਸੋਗ ਬਣਿਆ ਰਹਿੰਦਾ ਸੀ ਮਾਤਾ ਦੇ ਮਨ ਵਿੱਚ ਕਿ ਮੇਰੇ ਘਰ ਕੋਈ ਔਲਾਦ ਨਹੀਂ, ਕਹਿੰਦੇ ਉਹ ਸੋਗ ਮਿਟ ਗਿਆ। ਕਹਿੰਦੇ ਮਹਾ ਆਨੰਦ ਥੀਆ, ਹੁਣ ਬੜੀ ਖੁਸ਼ੀ ਹੈ ਅੰਦਰ। ਗੁਰਬਾਣੀ ਸਖੀ ਆਨੰਦ ਗਾਵੈ, ਇਹ ਹੈ ਅਸਲੀ ਗੱਲ ਸਮਝਣ ਵਾਲੀ। ਇਹ ਨਹੀਂ ਕਿ ਸਾਡੇ ਵਾਂਗੂ ਸ਼ਰਾਬਾਂ ਪੀ ਕੇ ਭੰਗੜਾ ਪਾਉਣ ਲੱਗ ਪਏ, ਕਹਿੰਦੇ ਨਹੀਂ, ਉਹ ਸਤਸੰਗੀ ਲੋਕ ਬੈਠ ਕੇ ਹੁਣ ਗੁਰਬਾਣੀ ਗਾਉਂਦੇ ਨੇ, ਉਹ ਆਨੰਦ ਸਾਹਿਬ ਨੂੰ ਪੜ੍ਹਦੇ ਨੇ, ਆਨੰਦਮਈ ਸ਼ਬਦ ਗਾਉਂਦੇ ਨੇ। ਸਾਚੇ ਸਾਹਿਬ ਕੈ ਮਨ ਭਾਵੈ, ਕਿਉਂਕਿ ਸੱਚੇ ਸਾਹਿਬ ਨੂੰ ਭਾਉਂਦਾ ਹੈ, ਮਨ ਨੂੰ ਇਸ ਤਰ੍ਹਾਂ ਭਾਉਂਦਾ ਹੈ ਵੀ ਜੇ ਤੈਨੂੰ ਉਸ ਮਾਲਕ ਨੇ ਖੁਸ਼ੀ ਦਿੱਤੀ ਤਾਂ ਉਹਦਾ ਸ਼ੁਕਰਾਨਾ ਕਰ, ਉਹਦਾ ਸ਼ੁਕਰਾਨਾ ਕਰ। ਇਤਿਹਾਸਕ ਤੌਰ ਤੇ ਜਦੋਂ ਅਸੀਂ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਵੀ ਬੜੇ ਸਮੇਂ ਬਾਅਦ ਹੋਇਆ ਹੈ,
25 ਸਾਲਾਂ ਬਾਅਦ, ਮੈਰਿਜ ਤੋਂ 25 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪੁੱਤਰ ਦਾ ਮੁਖ 5 ਸਾਲਾਂ ਬਾਅਦ ਵੇਖਿਆ। ਉਹ ਪਟਨੇ ਸਨ, ਉਹ ਅੱਗੋਂ ਅਸਾਮ ਗਏ ਹੋਏ ਸੀ। ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਿਆ 3 ਮਹੀਨਿਆਂ ਬਾਅਦ ਜਾ ਕੇ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ, ਤੇ ਮਹਾਰਾਜ ਨੇ ਉੱਥੇ ਕੋਈ ਬਹੁਤਾ ਉਹ ਨਹੀਂ ਕੀਤਾ, ਸਿਰਫ ਜਿਹੜੇ ਲੋੜਵੰਦ ਗਰੀਬ ਲੋਕ ਸਨ ਉਹਨਾਂ ਨੂੰ ਲੋੜਵੰਦ ਚੀਜ਼ਾਂ ਦੇ ਕੇ ਆਏ, ਬਸ ਖੁਸ਼ੀ ਵਿੱਚ, ਹੋਰ ਕੁਝ ਨਹੀਂ। ਇਹ ਹੈ ਸਮਝਣ ਦੀਆਂ ਗੱਲਾਂ ਸਾਡੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਉਸ ਮਾਲਕ ਦੀ ਦਾਤ ਹੈ, ਦਾਤਾਂ ਦੇਣ ਵਾਲਾ ਉਹ ਹੈ। ਮਿਟਿਆ ਸੋਗ ਮਹਾ ਆਨੰਦ ਥੀਆ, ਕਹਿੰਦੇ ਮਹਾ ਆਨੰਦ ਹੋ ਗਿਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਉਹ ਸੱਚੇ ਸਾਹਿਬ ਦੇ ਮਨ ਨੂੰ ਇਹ ਭਾਉਂਦਾ ਹੈ, ਚੰਗਾ ਲੱਗਦਾ ਹੈ। ਵਧੀ ਵੇਲ ਬਹੁ ਪੀੜੀ ਚਾਲੀ, ਕਹਿੰਦੇ ਅੱਗੋਂ ਘਰ ਦੀ ਪੀੜੀ ਚੱਲ ਪਈ, ਵੇਲ ਵੱਧ ਗਈ। ਧਰਮ ਕਲਾ ਹਰਬੰਦ ਬਹਾਲੀ, ਇਹ ਨਿਜ਼ਮ ਕਲਾ ਜਿਹੜੀ ਸੀ ਉਹ ਬੰਦ ਲਈ, ਬਹਾਲ ਕਰ ਦਿੱਤੀ। ਭਾਵ ਕਿਉਂਕਿ ਘਰ ਦੇ ਵਿੱਚ ਪਹਿਲਾਂ ਪੁੱਤਰ ਨਹੀਂ ਸੀ, ਬੱਚਾ ਨਹੀਂ ਸੀ ਕੋਈ, ਪਰ ਪੀੜੀ ਤੇ ਚੱਲ ਰਹੀ ਸੀ, ਕਿਉਂਕਿ ਭਰਾ ਦੇ ਪੁੱਤਰ ਸੀਗੇ, ਪਰ ਉਹ ਧਰਮ ਦੀ ਕਲਾ ਨਹੀਂ ਸੀ। ਉੱਥੇ ਸਿਰਫ ਪੈਸੇ ਦੀ ਗੱਲ ਸੀ। ਪ੍ਰਿਥੀ ਚੰਦ ਕੋਲ ਉਹ ਤਾਂ ਕਹਿੰਦਾ ਮੇਰੇ ਕੋਲੇ ਇੰਤਜ਼ਾਮ ਹੈ, ਮੇਰੇ ਕੋਲ ਪੈਸਾ ਹੈ, ਮੇਰੇ ਕੋਲੇ ਪੋਲੀਟੀਕਲ ਲੋਕ ਨੇ ਜਿਹੜੇ ਉਹ ਮੇਰੇ ਨਾਲ, ਉਹਨਾਂ ਨਾਲ ਮੇਲ ਜੋਲ ਹੈ, ਪਰ ਧਰਮ ਦੀ ਕੋਈ ਗੱਲ ਨਹੀਂ। ਇੱਥੇ ਧਰਮ ਕਲਾ, ਇਹ ਧਰਮ ਦੀ ਇਸ ਕਲਾ ਨੂੰ ਉਸ ਹਰੀ ਨੇ ਬੰਨ ਲਿਆ। ਭਾਵ ਹੁਣ ਉਸ ਦਾ ਮਾਲਕ ਆ ਗਿਆ। ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਈ ਅਚਿੰਤ ਏਕ ਲਿਵ ਲਾਇਆ। ਕਹਿੰਦੇ ਜੋ ਮਨ ਚਾਹੁੰਦਾ ਸੀ ਉਹ ਸਤਿਗੁਰੂ ਨੇ ਦਵਾ ਦਿੱਤਾ। ਹੁਣ ਅਚਿੰਤ ਹੋ ਗਏ, ਹੁਣ ਇੱਕ ਨਾਲ ਲਿਵ ਲੱਗ ਗਈ, ਉਸ ਮਾਲਕ ਨਾਲ ਜੁੜੇ ਹੋਏ ਨੇ। ਕਹਿੰਦੇ ਇੱਕ ਨੂੰ ਧਿਆਇਆ, ਇੱਕ ਤੋਂ ਹੀ ਸਾਰਾ ਕੁਝ ਪ੍ਰਾਪਤ ਹੋਇਆ। ਜਿਉਂ ਬਾਲਕ ਪਿਤਾ ਉਪਰ ਕਰੇ ਬਹੁਮਾਨ। ਦੇਖੋ ਪੰਚਮ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਇੱਕ ਪੁੱਤਰ ਆਪਣੇ ਪਿਤਾ ਤੇ ਮਾਣ ਕਰਦਾ ਹੈ, हे ਪ੍ਰਭੂ ਮੈਨੂੰ ਵੀ ਤੇਰੇ ਤੇ ਇੰਨਾ ਹੀ ਮਾਣ ਹੈ, ਕਿਉਂਕਿ ਅਸੀਂ ਤੇਰੇ ਬੱਚੇ ਆ, ਇਹ ਦਾਤ ਤੇਰੀ ਹੈ, ਸਾਨੂੰ ਤੇਰੇ ਉੱਤੇ ਮਾਣ ਹੈ। ਬੁਲਾਇਆ ਬੋਲੇ ਗੁਰ ਕੈ ਭਾਣ, ਮੈਂ ਜੋ ਬੋਲਦਾ ਹਾਂ, ਜੋ ਇਹ ਬੋਲੇ ਨੇ, ਇਹ ਵੀ ਗੁਰੂ ਦੇ ਭਾਣੇ ਵਿੱਚ ਰਹਿ ਕੇ ਬੋਲੇ ਨੇ। ਗੁੱਜੀ ਛੰਨੀ ਨਾਹੀ ਬਾਤ, ਇਹ ਕਹਿੰਦੇ ਕੋਈ ਗੱਲ ਲੁਕੀ ਛਿਪੀ ਨਹੀਂ ਕਿਸੇ ਕੋਲੋਂ। ਇਹ ਗੱਲ ਸਮਝਣ ਵਾਲੀ ਸਾਡੇ ਪੰਚਮ ਪਾਤਸ਼ਾਹ ਨੇ ਲਿਖ ਕੇ ਦਿੱਤੀ ਕਿ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਇਹ ਦਾਤ ਬੱਚੇ ਦੀ ਗੁਰੂ ਨਾਨਕ ਪਾਤਸ਼ਾਹ ਆਪ ਤੁਠੇ, ਖੁਸ਼ ਹੋਏ ਨੇ, ਉਹਨਾਂ ਵੱਲੋਂ ਦਿੱਤੀ ਹੋਈ ਦਾਤ ਹੈ। ਹੁਣ ਇਸ ਗੱਲ ਨੂੰ ਜਦੋਂ ਵੇਖੀਏ ਕਿ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਕਿ ਮਾਤਾ ਜੀ ਨੂੰ ਭੇਜਿਆ ਉਹਨਾਂ ਨੇ ਪਹਿਲਾਂ, ਇਹ ਗੱਲ ਨਹੀਂ, ਜਦੋਂ ਤਾਂ ਉਹਨੂੰ ਵੇਖਿਆ ਗੌਰ ਨਾਲ ਜਾਣਿਆ ਤਾਂ ਮਾਤਾ ਗੰਗਾ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ, ਕਿਉਂਕਿ ਬਾਬਾ ਬੁੱਢਾ ਜੀ ਪੰਚਮ ਪਾਤਸ਼ਾਹ ਉਹਨਾਂ ਦੀ ਬਹੁਤ ਹੀ ਸਤਿਕਾਰ ਕਰਦੇ ਸਨ। ਘਰ 'ਚ ਵੱਡੇ ਬਜ਼ੁਰਗਾਂ ਦੀ ਤਰ੍ਹਾਂ ਸਭ ਤੋਂ ਪਹਿਲਾਂ ਮਾਤਾ ਨੂੰ ਜਦੋਂ 1.5 ਮਹੀਨੇ ਦੇ ਹੋਏ, 1.5 ਮਹੀਨੇ ਦੇ, ਤੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਕੋਲ ਭੇਜਿਆ ਕਿ ਉਹਨਾਂ ਦੇ ਦਰਸ਼ਨ ਕਰਕੇ ਆਓ, ਇਸ ਬੱਚੇ ਨੂੰ ਉਹਨਾਂ ਦਾ ਆਸ਼ੀਰਵਾਦ ਦਵਾ ਕੇ ਲਿਆਓ। ਪੰਚਮ ਪਾਤਸ਼ਾਹ ਆਪਣੇ ਸੇਵਕ ਦੀ ਵਡਿਆਈ, ਆਪਣੇ ਸੇਵਕ ਦਾ ਇੱਜ਼ਤ ਮਾਨ, ਕਿਉਂਕਿ ਉਮਰ 'ਚ ਬਹੁਤ 150 ਸਾਲ ਦੀ ਉਮਰ ਹੋ ਚੁੱਕੀ ਸੀ ਬਾਬਾ ਬੁੱਢਾ ਜੀ ਦੀ, ਉਹਨਾਂ ਕੋਲ ਜਦੋਂ ਗਏ ਤਾਂ 6ਵੇਂ ਪਾਤਸ਼ਾਹ ਦੀ ਡੀਲ ਡੌਲ ਨੂੰ ਵੇਖਦਿਆਂ ਹੋਇਆਂ, ਕਿਉਂਕਿ ਉਹ ਛੋਟੇ ਜਿਹੇ ਇਸ ਤਰ੍ਹਾਂ ਲੱਗਦੇ ਸੀ ਜਿਵੇਂ ਬਹੁਤ ਵੱਡਾ ਬੱਚਾ ਹੁੰਦਾ ਹੈ, ਉਦੋਂ ਹਾਲਾਤ ਇਹੋ ਜਿਹੇ ਬਣੇ ਹੋਏ ਸਨ। ਇਹ ਆਪਾਂ ਸਭ ਨੂੰ ਜਾਣਦੇ ਹਾਂ, ਸਭ ਨੂੰ ਪਤਾ ਹੈ। ਤੇ ਜਦੋਂ ਮਾਤਾ ਜੀ ਉਹਨਾਂ ਵਾਸਤੇ ਪ੍ਰਸ਼ਾਦੇ ਲੈ ਕੇ ਗਏ ਬਣਾ ਕੇ ਆਪ, ਤੇ ਗੰਢਾ ਭੰਨ ਕੇ ਮਹਾਰਾਜ ਨੇ ਉਹ ਬੱਚੇ ਵੱਲ ਵੇਖਿਆ, ਗੁਰੂ ਹਰਗੋਬਿੰਦ ਸਾਹਿਬ ਵੱਲ, ਤਾਂ ਇਹਨਾਂ ਨੇ ਸਹਿਜੇ ਸੁਭਾਅ ਬੋਲਿਆ ਇਹ ਕਿ ਇਹ ਤੁਰਕਾਂ ਦੇ ਸਿਰ ਇੰਜ ਭੰਨੇਗਾ, ਪਾ ਵੱਡਾ ਹੋ ਕੇ ਬਲੀ ਹੋਏਗਾ। ਤੇ ਸ਼ਸਤਰ ਵਿਦਿਆ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਕੋਲੋਂ ਹੀ ਸਿੱਖੀ ਹੈ। ਸ਼ਸਤਰ ਵਿਦਿਆ, ਘੋੜਸਵਾਰੀ ਬਾਬਾ ਬੁੱਢਾ ਜੀ ਨੇ ਸਿਖਾਈ ਉਹਨਾਂ ਨੂੰ। ਇਹ ਇਤਿਹਾਸਕ ਤੌਰ ਤੇ ਆਪਾਂ ਜਾਣਦੇ ਹਾਂ। ਤੇ ਇੱਥੇ ਮਹਾਰਾਜ ਨੇ ਗੱਲ ਸਪਸ਼ਟ ਕੀਤੀ ਕਿ ਗੁੱਜੀ ਛੰਨੀ ਨਾਹੀ ਬਾਤ, ਇਹ ਕੋਈ ਲੁਕ ਛਿਪ ਵਾਲੀ ਬਾਤ ਨਹੀਂ। ਇੱਥੇ ਗੁਰੂ ਨਾਨਕ ਪਾਤਸ਼ਾਹ ਆਪ ਤੁਠੇ ਨੇ, ਉਹਨਾਂ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਵੱਲੋਂ ਬਖਸ਼ੀ ਹੋਈ ਦਾਤ ਹੈ ਇਹ ਬੱਚਾ। ਸੋ ਸਮਾਂ ਜਿਹੜਾ ਉਹ ਸੰਪੂਰਨ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरे राम
हम बारक हर प्रभ के हैं ए आणे। हम बारक हर प्रभ के हैं ए आणे।